ਧੰਨ ਵਾਹਿਗੁਰੂ ਜੀਓ। ਹਉ ਟੁੰਡੇਂਦੀ ਸੱਜਣਾ, ਸੱਜਣ ਮਹਿੰਡੇ ਨਾਲ। ਨਾਨਕ ਅਲਖ ਨ ਲਖੀਐ, ਗੁਰਮੁਖ ਦੇ ਦਿਖਾਲ। ਹਉ ਟੁੰਡੇਂਦੀ ਸੱਜਣਾ, ਸੱਜਣ ਮਹਿੰਡੇ ਨਾਲ। ਨਾਨਕ ਅਲਖ ਨਾ ਲਖੀਐ, ਗੁਰਮੁਖ ਦੇ ਦਿਖਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਤ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਗੁਰੂ ਚਰਨਾਂ ਵਿੱਚ ਸੱਜ ਕੇ ਮਹਾਰਾਜ ਦੀ ਪਾਵਨ ਬਾਣੀ ਦੇ ਉਪਦੇਸ਼ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਬੜੇ ਸਤਿਕਾਰ ਨਾਲ ਆਪ ਜੀ ਨੇ ਗੁਰਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਯਤਨ ਕਰਦੇ ਹਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਦੇ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਲੜੀਵਾਰ ਵਿਚਾਰਨ ਦਾ ਅਤੇ ਸਮਝਣ ਦਾ ਜਿਸ ਅੰਤਰਗਤ ਆਪ ਜੀ ਨੇ ਹੁਣ ਤੱਕ ਤਕਰੀਬਨ 120 ਸ਼ਲੋਕ ਜਿਹੜੇ ਹਨ ਉਹਨਾਂ ਦੀ ਵਿਚਾਰ ਸ਼ਰਵਣ ਕੀਤੀ ਹੈ। ਸੰਖੇਪ ਵਿੱਚ ਤਾਂ ਕਿ ਵਿਚਾਰਾਂ ਦੀ ਲੜੀ ਜੁੜੀ ਰਹੇ, 119 ਨੰਬਰ ਸ਼ਲੋਕ ਹੈ ਬਾਬਾ ਸ਼ੇਖ ਫਰੀਦ ਸਾਹਿਬ ਜੀ ਦਾ, ਜਿਸ ਵਿੱਚ ਉਹਨਾਂ ਨੇ ਪਰਮੇਸ਼ਰ ਅਕਾਲ ਪੁਰਖ ਨੂੰ ਸਮਰਪਿਤ ਹੁੰਦਿਆਂ ਪਰਮੇਸ਼ਰ ਦੇ ਮਿਲਾਪ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਦਾ ਵੀ ਮਾਦਾ ਜ਼ਾਹਰ ਕੀਤਾ ਔਰ ਆਖਿਆ, ਜੇ ਮੇਰਾ ਸਰੀਰ ਤੰਦੂਰ ਬਣ ਜਾਏ ਤੇ ਮੇਰੇ ਹੱਡ ਬਾਲਣ ਵਾਂਗ ਸੜ ਵੀ ਜਾਣ, ਪੈਰਾਂ ਦੀ ਥਾਂ ਦੇ ਉੱਤੇ ਜੇ ਸਿਰ ਭਾਰ ਹੋ ਕੇ ਵੀ ਮੈਨੂੰ ਸਫ਼ਰ ਕਰਨਾ ਪਏ ਤੇ ਮੈਂ ਉਸ ਪਰਮੇਸ਼ਰ ਨਾਲ ਮਿਲਣਾ ਚਾਹਾਂਗਾ। ਭਾਵ ਰੱਬੀ ਰਾਹ ਦੇ ਉੱਤੇ ਤੁਰਦਿਆਂ ਹੋਇਆਂ ਮੈਨੂੰ ਅਣਥੱਕ ਕੋਸ਼ਿਸ਼ ਵੀ ਕਰਨੀ ਪਵੇ, ਘਾਲਣਾ ਵੀ ਘਾਲਣੀ ਪਵੇ, ਤਕਲੀਫ ਵੀ ਸਹਿਣੀ ਪਵੇ, ਦੁੱਖ ਦਰਦ ਵੀ ਮਹਿਸੂਸ ਕਰਨਾ ਪਵੇ, ਤੇ ਮੈਂ ਸਮਝਾਂਗਾ ਕਿ ਇਹ ਚੀਜ਼ ਮੇਰੇ ਲਈ, ਇਹ ਦੁੱਖ ਮੇਰੇ ਲਈ ਥੋੜ੍ਹਾ ਹੈ, ਮੇਰੇ ਲਈ ਇੰਪੋਰਟੈਂਟ ਮਹੱਤਵਪੂਰਨ ਹੈ ਪਰਮੇਸ਼ਰ ਵਾਹਿਗੁਰੂ ਦੇ ਨੇੜੇ ਹੋਣਾ। ਕਿਉਂਕਿ ਸ਼ਲੋਕ ਦੀ ਭਾਸ਼ਾ ਐਸੀ ਹੈ, ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਕਿਸੇ ਨੂੰ ਸ਼ਲੋਕ ਦੀ ਇਸ ਸ਼ਬਦਾਵਲੀ ਤੋਂ ਇਹ ਭੁਲੇਖਾ ਨਾ ਪਵੇ ਕਿ ਬਾਬਾ ਫਰੀਦ ਸਾਹਿਬ ਤਥਾ ਕਥਿਤ ਸਰੀਰਕ ਰੂਪ ਵਿੱਚ ਤਪ ਸਾਧਨ ਨੂੰ ਮਹਾਨਤਾ ਦੇ ਰਹੇ ਹਨ। ਕਿਉਂਕਿ ਗੁਰਬਾਣੀ ਦੇ ਵਿੱਚ ਮਨ ਹੱਠ ਕਰਮਾਂ ਨੂੰ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ। ਸਰੀਰ ਨੂੰ ਦੁੱਖ ਤੇ ਤਸੀਹੇ ਦੇ ਕੇ ਪਰਮੇਸ਼ਰ ਦੇ ਨੇੜੇ ਹੋਣ ਦੇ ਇਸ ਤੌਰ ਤਰੀਕੇ ਨੂੰ ਗੁਰੂ ਸਾਹਿਬ ਨੇ ਕੋਈ ਮਾਨਤਾ ਨਹੀਂ ਦਿੱਤੀ। ਆਪਾਂ ਕੱਲ੍ਹ ਦੇ ਦੀਵਾਨ ਵਿੱਚ ਇਸ ਪੱਖ ਦੇ ਉੱਤੇ ਗੁਰੂ ਸਾਹਿਬ ਦੀ ਬਾਣੀ ਚੋਂ ਪ੍ਰਮਾਣ ਲੈ ਕੇ ਵਿਚਾਰ ਕਰਨ ਦਾ ਯਤਨ ਕੀਤਾ ਸੀ, ਤੇ ਇਸ ਦੀ ਵਿਆਖਿਆ ਵਿੱਚ ਫਿਰ ਅਗਲਾ ਸ਼ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ, ਇਹ ਸ਼ਲੋਕ 12 ਤੇ ਵਧੇਕ ਸ਼ਲੋਕਾਂ ਵਿੱਚ ਵੀ ਆਇਆ।
ਉਹਦੇ ਵਿੱਚੋਂ ਇਹ ਸ਼ਲੋਕ ਥੋੜ੍ਹੇ ਜਿਹੇ ਸ਼ਬਦ ਨਾਲ ਦੇ ਫਰਕ ਨਾਲ ਇੱਥੇ ਦਰਜ ਕੀਤਾ ਗਿਆ। ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਫਿਰੀ ਨਿਹਾਲ। ਸਿਰ ਤੇ ਪੈਰਾਂ ਨੇ ਕੀ ਵਿਗਾੜਿਆ ਹੈ? ਤਨ ਨੂੰ ਤਸੀਹੇ ਦੁੱਖ ਦੇਣ ਦੇ ਨਾਲ ਪਰਮੇਸ਼ਰ ਦੇ ਨੇੜੇ ਨਹੀਂ ਹੋਇਆ ਜਾਂਦਾ। ਉਹ ਯਾਤਰਾ ਸਾਨੂੰ ਆਪਣੇ ਅੰਤਰਾਤਮੇ ਵੱਲ, ਆਪਣੇ ਅੰਦਰ ਵੱਲ ਕਰਨੀ ਪੈਂਦੀ ਹੈ। ਅੰਦਰ ਫਿਰੀ ਨਿਹਾਲ, ਨਿਹਾਲ ਦਾ ਮਤਲਬ ਹੁੰਦਾ ਹੈ ਤੱਕ। ਇਹ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਦੀ ਵਿਆਖਿਆ ਵਿੱਚ ਇਹ ਸ਼ਲੋਕ ਹੈ। ਮੈਂ ਅੱਗੇ ਵੀ ਇੱਕ ਦਿਨ ਨੇ ਬੇਨਤੀ ਕੀਤੀ ਸੀ ਕਿ ਇਹ ਨਹੀਂ ਸਮਝਣਾ ਕਿ ਬਾਬਾ ਫਰੀਦ ਸਾਹਿਬ ਜੀ ਨੇ ਕੋਈ ਅਧੂਰਾ ਵਿਚਾਰ ਦਿੱਤਾ ਹੈ, ਜਿਸ ਨੂੰ ਪੂਰੀਆਂ ਕਰਨ ਲਈ ਗੁਰੂ ਸਾਹਿਬ ਆਪਣੇ ਸ਼ਲੋਕ ਨਾਲ ਦਰਜ ਕਰ ਰਹੇ। ਵਿਚਾਰ ਮੁਕੰਮਲ ਹੈ, ਪਰ ਸਮਝਣ ਵਾਲਾ ਸ਼ਾਇਦ ਉਸ ਤਲ ਤੇ ਜਾ ਕੇ ਨਾ ਸਮਝ ਸਕੇ ਜਿਸ ਤਲ ਉੱਤੇ ਬਾਬਾ ਫਰੀਦ ਸਾਹਿਬ ਜੀ ਦੀ ਭਾਵਨਾ ਹੈ, ਜਿੰਨਾ ਡੂੰਘਾ ਉਹਨਾਂ ਦਾ ਕਥਨ ਹੈ। ਉਹਨੂੰ ਵਿਆਖਿਆ ਕਰਨ ਦੀ ਲੋੜ ਮਹਿਸੂਸ ਹੋਈ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਸਾਹਿਬਾਂ ਦੇ ਆਪਣੇ ਵੱਡੇ ਪਹਿਲੇ ਸਤਿਗੁਰਾਂ ਦੇ ਸ਼ਲੋਕ ਜਿੱਥੇ ਕਿਤੇ ਜ਼ਰੂਰਤ ਪਈ ਹੈ ਉੱਥੇ ਨਾਲ ਦਰਜ ਕਰ ਦਿੱਤੇ ਨੇ, ਤਾਂ ਕਿ ਲੜੀਵਾਰ ਜਿਹੜਾ ਬੰਦਾ ਵਿਚਾਰ ਪੜ੍ਹੇਗਾ, ਪਾਠਕ, ਬਾਣੀ ਦਾ ਪਾਠ ਕਰਨ ਵਾਲਾ, ਉਹ ਬਾਬਾ ਫਰੀਦ ਸਾਹਿਬ ਜੀ ਦੀ ਭਾਵਨਾ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਏ ਤੇ ਮਹਿਜ਼ ਸ਼ਬਦਾਵਲੀ ਕਰਕੇ ਕੋਈ ਭੁਲੇਖਾ ਨਾ ਖਾ ਜਾਏ। ਐਸੇ ਸ਼ਲੋਕ ਆਪਾਂ ਪਹਿਲਾਂ ਵੀ ਪਿੱਛੇ ਵਿਚਾਰੇ। ਇਸ ਦੇ ਨਾਲ ਹੀ ਜਿਹੜਾ ਅਗਲਾ ਸ਼ਲੋਕ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਸ਼ਰਵਣ ਕੀਤਾ ਹੈ, 121 ਨੰਬਰ ਸ਼ਲੋਕ। ਇਹ ਸ਼ਲੋਕ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੈ। ਹਾਲਾਂਕਿ ਇਹਦੇ ਉੱਤੇ ਸਿਰਲੇਖ ਨਹੀਂ, ਜਿਵੇਂ ਆਮ ਸ਼ਲੋਕਾਂ ਤੇ ਆਉਂਦਾ ਹੈ ਮਹੱਲਾ ਪਹਿਲਾ, ਮਹੱਲਾ ਤੀਜਾ, ਮਹੱਲਾ ਪੰਜਵਾਂ, ਇੱਥੇ ਉਹ ਦਰਜ ਨਹੀਂ। ਪਰ ਕਿਉਂਕਿ ਸ਼ਲੋਕ ਹੋਰ ਥਾਂ ਵੀ ਆਇਆ ਤੇ ਉੱਥੋਂ ਮੇਲ ਕੇ ਫਿਰ ਟੀਕਾਕਾਰਾਂ ਨੇ ਇੱਥੇ ਦਰਜ ਕਰਦਿਆਂ ਹੋਇਆਂ ਨਾਲ ਦਰਜ ਕਰ ਦਿੱਤਾ ਹੈ ਵੀ ਇਹ ਸ਼ਲੋਕ ਚੌਥੇ ਪਾਤਸ਼ਾਹ ਦਾ ਹੈ। ਕਾਨੜੇ ਕੀ ਵਾਰ ਦੀ 15ਵੀਂ ਪੌੜੀ ਦੇ ਨਾਲ ਇਹ ਸ਼ਲੋਕ ਦਰਜ ਹੈ। 1318 ਨੰਬਰ ਗੁਰੂ ਗ੍ਰੰਥ ਸਾਹਿਬ ਦਾ ਅੰਕ ਹੈ, ਜਿੱਥੇ ਸ਼ਲੋਕ ਥੋੜੇ ਜਿਹੇ ਲਗ ਮਾਤਰਕ ਇੱਕ ਸ਼ਬਦ ਦੇ ਫਰਕ ਨਾਲ ਦਰਜ ਹੈ। ਤੇ ਇੱਥੇ ਵਿਆਖਿਆ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਲੱਗਿਆ ਵੀ ਇਹ ਸ਼ਲੋਕ ਇੱਥੇ ਦਰਜ ਹੋਵੇ ਤੇ ਇੱਕ ਵਿਸ਼ਾ ਜਿਹੜਾ ਹੈ ਉਹਦੀ ਐਕਸਪਲੇਨੇਸ਼ਨ, ਉਹਦੀ ਵਿਆਖਿਆ ਬੜੇ ਸੋਹਣੇ ਢੰਗ ਨਾਲ ਹੋ ਸਕਦੀ ਹੈ। ਤੋ ਇਹ ਸ਼ਲੋਕ ਹੈ, ਹਉ ਟੂੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ। ਕਿਉਂਕਿ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਪੈਰੀ ਥਕਾਂ ਸਿਰ ਜੁੱਲਾਂ ਜੇ ਮੂੰ ਪਿਰੀ ਮਿਲਾਂ, ਮੈਂ ਤੁਰ ਕੇ ਜਾਵਾਂ। ਕੋਈ ਇਹਦਾ ਇਹ ਭਾਵਨਾ ਕੱਢ ਲਿਆ ਵੀ ਬਾਬਾ ਫਰੀਦ ਸਾਹਿਬ ਕਿਸੇ ਦਿਸ਼ਾ 'ਚ ਰੱਬ ਨੂੰ ਮੰਨਦੇ ਨੇ, ਵੀ ਉੱਥੇ ਜਾ ਕੇ ਉਸ ਦਿਸ਼ਾ 'ਚ ਉਸ ਖਾਸ ਥਾਂ ਤੇ ਰੱਬ ਨੂੰ ਪਾਇਆ ਜਾਣਾ। ਨਹੀਂ, ਉਹ ਆਪਣੇ ਸ਼ਲੋਕਾਂ 'ਚ ਵੈਸੇ ਪਹਿਲੋਂ ਕਹਿ ਆਏ ਨੇ, ਵਸੀ ਰੱਬ ਹਿਆਲੀ ਹੈ, ਵੀ ਉਹ ਹਿਰਦੇ 'ਚ ਵਸਦਾ, ਡਾਊਟ ਕੋਈ ਨਹੀਂ। ਫਰੀਦ ਸਾਹਿਬ ਜੀ ਦੇ ਉਪਦੇਸ਼ਾਂ ਤੇ ਭੁਲੇਖਾ ਕੋਈ ਨਹੀਂ, ਪਰ ਮਹਾਰਾਜ ਇਸ ਨੂੰ ਹੋਰ ਵਿਆਖਿਆ ਕਰਕੇ ਸਹਿਲਾ ਤੇ ਸੌਖਾ ਕਰਨਾ ਚਾਹੁੰਦੇ ਨੇ। ਤੋ ਇੱਥੇ ਚੌਥੇ ਪਾਤਸ਼ਾਹ ਦਾ ਸ਼ਲੋਕ ਨਾਲ ਦਰਜ ਹੈ, ਹਉ ਢੂੰਡੇਂਦੀ ਸੱਜਣਾ, ਮੈਂ ਢੂੰਡਦੀ ਹਾਂ, ਲੱਭਦੀ ਹਾਂ ਉਸ ਸੱਜਣ ਪਰਮੇਸ਼ਰ ਨੂੰ। ਮੈਂ ਚਾਰ ਸ਼ਫੇਰੇ ਤੱਕਦੀ ਹਾਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ। ਮੈਂ ਇਸ ਖੋਜ ਵਿੱਚ ਹਾਂ ਵੀ ਮੈਂ ਉਸ ਸੱਜਣ ਪਿਆਰੇ ਦੇ ਨੇੜੇ ਹੋਵਾਂ, ਉਸ ਨੂੰ ਜਾਣ ਸਕਾਂ ਵੀ ਉਹ ਕਿੱਥੇ, ਉਹਦਾ ਟਿਕਾਣਾ ਕਿੱਥੇ ਹੈ। ਪਰ ਫਿਰ ਮੇਰੀ ਖੋਜ ਇੱਥੇ ਜਾ ਕੇ ਮੁੱਕਦੀ ਹੈ ਸੱਜਣ ਮੈਂਡੇ ਨਾਲ, ਕਿ ਉਹ ਸੱਜਣ, ਉਹ ਮਾਲਕ, ਸਿਰਜਣਹਾਰ ਤੇ ਮੇਰੇ ਆਪਣੇ ਵਜੂਦ ਵਿੱਚ ਹੈ। ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਹੈ, ਕੁਝ ਮਹਾਂਪੁਰਖ ਐਸੇ ਨੇ ਉਹਨਾਂ ਦੀ ਬੜੀ ਸੰਖੇਪ ਬਾਣੀ ਗੁਰੂ ਗ੍ਰੰਥ ਸਾਹਿਬ 'ਚ। ਸੂਰਦਾਸ ਜੀ ਦੀ ਇੱਕ ਪੰਕਤੀ ਹੈ, 2 ਪੰਕਤੀਆਂ ਦਾ ਪਠਨ ਪਾਠ ਜਿਹੜਾ ਹੈ, ਜਦੋਂ ਆਪਾਂ ਇਹ ਪੜ੍ਹਦੇ ਹਾਂ, ਛਾੜ ਮਨ ਹਰ ਬਿਮੁਖਨ ਕੋ ਸੰਗ। ਹਾਲਾਂਕਿ ਕੁਝ ਲਿਖਤੀ ਬੀੜਾਂ ਵਿੱਚ ਉਹ ਸ਼ਬਦ ਪੂਰਾ ਵੀ ਹੈ, ਉਹ ਆਪਾਂ ਉਹਨਾਂ ਦੀ ਬਾਣੀ ਵਿਚਾਰਦਿਆਂ ਵਿਚਾਰ ਲਿਆ, ਪਰ ਉਸ ਸ਼ਬਦ ਦੇ ਨਾਲ ਹੋਰ ਵੀ ਬੜੇ ਮਹਾਂਪੁਰਖ ਨੇ ਜਿਨ੍ਹਾਂ ਦਾ ਇੱਕ ਇੱਕ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਦਰਜ ਹੈ।
ਰਾਮਾਨੰਦ ਜੀ ਦਾ, ਪਰਮਾਨੰਦ ਜੀ ਦਾ ਇੱਕ ਇੱਕ ਸ਼ਬਦ ਦਰਜ ਹੈ। ਰਾਮਾਨੰਦ ਜੀ ਲਿਖਦੇ ਹਨ, ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲੈ ਮਨ ਭਇਓ ਪੰਗ, ਏਕ ਦਿਵਸ ਮਨ ਭਈਓ ਮੰਗ, ਘਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ। ਆਮ ਤੌਰ ਦੇ ਉੱਤੇ ਮਜ਼ਹਬੀ ਤੌਰ ਤਰੀਕਿਆਂ ਦੇ ਵਿੱਚ ਅਸੀਂ ਇੱਕ ਮਿਥ ਲਿਆ ਵੀ ਇੱਕ ਖਾਸ ਥਾਂ, ਉਸ ਖਾਸ ਥਾਂ ਦੇ ਉੱਤੇ ਰੱਬ ਦਾ ਖਾਸ ਰੂਪ, ਫਿਰ ਉਸ ਖਾਸ ਰੂਪ ਦੀ ਖਾਸ ਵਿਧੀ ਨਾਲ ਤੇ ਖਾਸ ਚੀਜ਼ਾਂ ਨਾਲ ਪੂਜਾ, ਤੇ ਬੰਦਾ ਜਦੋਂ ਇਹ ਸਾਰਾ ਕੁਝ ਕਰ ਲੈਂਦਾ ਉਹਨੂੰ ਲੱਗਦਾ ਹੈ ਹੋਰ ਰੱਬ ਨੂੰ ਮੰਨਣਾ ਕੀ ਹੁੰਦਾ। ਸਾਰੀਆਂ ਕੰਡੀਸ਼ਨਸ ਜਿਹੜੀਆਂ ਨੇ ਉਹ ਤੇ ਮੈਂ ਪੂਰੀਆਂ ਕਰ ਦਿੱਤੀਆਂ ਨੇ। ਰੱਬ ਦੇ ਘਰ ਵੀ ਜਾ ਆਇਆ, ਰੱਬ ਵੇਖ ਵੀ ਆਇਆ, ਰੱਬ ਦੀ ਖਾਸ ਵਿਧੀ ਨਾਲ ਪੂਜਾ ਵੀ ਕਰ ਲਈ, ਖਾਸ ਤੌਰ ਤਰੀਕੇ ਵੀ ਅਪਣਾ ਲੈ, ਹੋਰ ਰੱਬ ਨੂੰ ਮੰਨਣਾ ਕੀ ਹੁੰਦਾ। ਉਹਦੀ ਆਪਣੀ ਖੋਜ ਕੋਈ ਨਹੀਂ ਰੱਬ ਵਾਲੇ ਪਾਸੇ, ਉਹਨੇ ਆਪਣੇ ਜੀਵਨ ਚੋਂ ਜਾਣਿਆ ਕਿਤੇ ਨਹੀਂ ਪਰਮੇਸ਼ਰ ਨੂੰ। ਉਹਨੇ ਇੱਕ ਸਟਰਕਚਰ ਦੇ ਮੁਤਾਬਕ ਜੋ ਬਣਾ ਕੇ ਉਹਨੂੰ ਦੇ ਦਿੱਤਾ ਗਿਆ, ਇਉਂ ਕਹਿ ਲਓ ਜਿਹੜੀ ਮੁਹਾਰਨੀ ਉਹਨੂੰ ਦੇ ਦਿੱਤੀ ਗਈ, ਉਹਨੇ ਉਹਨੂੰ ਰੱਟਾ ਲਾ ਲਿਆ। ਉਹ ਸਮਝਦਾ ਮੈਂ ਰੱਬ ਵਾਲਾ ਹੋ ਗਿਆ। ਹੋਰ ਰੱਬ ਨੂੰ ਮੰਨਣਾ, ਰੱਬ ਨੂੰ ਖੋਜਣਾ, ਰੱਬ ਨੂੰ ਪਾਉਣਾ ਕੀ ਹੁੰਦਾ। ਉਹਦਾ ਜਿੰਨਾ ਵੀ ਸਫ਼ਰ ਹੈ ਉਹ ਉੱਥੋਂ ਤੱਕ ਹੀ ਹੈ, ਉਹ ਗਿਣਤੀ ਦੇ 4-5 ਕੰਮਾਂ ਤੱਕ। ਪਰ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਕਹਿੰਦੀ ਹੈ, ਮੇਰਾ ਚਿਤ ਨਾ ਚਲੇ ਮਨ ਭਇਓ ਪੰਗ, ਏਕ ਦਿਵਸ ਮਨ ਭਈਓ ਮੰਗ, ਘਾਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਏ। ਗੁਰੂ ਨੇ ਮੈਨੂੰ ਉਸ ਬ੍ਰਹਮ ਦੀ ਸੋਝੀ ਦਿੱਤੀ ਵੀ ਉਹ ਤਾਂ ਤੇਰੇ ਵਜੂਦ ਵਿੱਚ, ਜਿਸ ਨੂੰ ਆਪਣਾ ਆਪ ਤਲਾਸ਼ਣਾ। ਭਗਤ ਪੀਪਾ ਜੀ ਨੂੰ ਲਿਖਦੇ ਨੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਉਹ ਤਾਂ ਸ਼ਬਦ ਬੜਾ ਵੱਡਾ ਵਰਤ ਲੈਂਦੇ ਨੇ, ਮਜ਼ਹਬਾਂ ਨੂੰ ਇਹ ਸ਼ਬਦ ਰਾਸ ਨਹੀਂ ਆ ਸਕਦਾ, ਸਾਨੂੰ ਵੀ ਨਹੀਂ ਆਏਗਾ। ਉਹ ਕਹਿੰਦੇ ਨੇ ਆਪਣੇ ਵਜੂਦ ਨੂੰ ਖੋਜਣਾ ਹੀ ਮੰਦਰ 'ਚ ਜਾਣਾ ਹੈ। ਸਭ ਤੋਂ ਵੱਡਾ ਦੇਵਤਾ ਤੁਹਾਡੇ ਅੰਦਰ ਹੈ, ਬਾਹਰ ਕੋਈ ਦੇਵਤਾ ਨਹੀਂ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ, ਸਭ ਤੋਂ ਵੱਡਾ ਤੀਰਥ ਵੀ ਤੁਹਾਡੇ ਅੰਦਰ ਹੈ, ਤੇ ਸਭ ਤੋਂ ਵੱਡੇ ਤੀਰਥ ਯਾਤਰਾ ਵੀ ਆਪਣੇ ਵਜੂਦ ਨੂੰ ਤਲਾਸ਼ਣਾ ਹੈ। ਸਭ ਤੋਂ ਵੱਡੀ ਤੀਰਥ ਯਾਤਰਾ ਆਪਣੇ ਵਜੂਦ ਨੂੰ ਤਲਾਸ਼ਣਾ ਹੈ, ਜਿਸ ਨੂੰ ਨੌਵੇਂ ਪਾਤਸ਼ਾਹ ਕਹਿੰਦੇ ਨੇ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਆਪੇ ਨੂੰ ਪਛਾਨਣਾ, ਆਪਣੇ ਆਪ ਨੂੰ ਪੜਤਾਲਣਾ। ਬਹੁਤ ਐਸੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਉਣਗੇ। ਹੁਣ ਜਦੋਂ ਭਗਤਾਂ ਨੇ ਇਹ ਆਵਾਜ਼, ਮੈਂ ਕਈ ਵਾਰ ਸੋਚਦਾ, ਭਗਤ ਰਾਮਾਨੰਦ ਜੀ, ਪਰਮਾਨੰਦ ਜੀ, ਪੀਪਾ ਜੀ ਵਰਗੇ ਮਹਾਂਪੁਰਖਾਂ ਨੇ ਲਿਖਿਆ ਤੇ ਬਹੁਤ ਕੁਝ ਹੋਏਗਾ, ਪਰ ਸਤਿਗੁਰਾਂ ਤੱਕ ਉਹਨਾਂ ਦਾ ਬਹੁਤ ਥੋੜਾ ਲਿਖਤੀ ਉਪਦੇਸ਼ ਪਹੁੰਚਿਆ। ਉਹਨਾਂ ਦੇ ਕੋਈ ਬਹੁਤ ਵੱਡੇ ਵਿਸ਼ਾਲ ਅਸਥਾਨ ਵੀ ਨਹੀਂ ਬਣੇ, ਬਹੁਤ ਵੱਡੇ ਕੋਈ ਉਹਨਾਂ ਦੇ ਦਿਨ ਵੀ ਨਹੀਂ ਮਨਾਏ ਸਦੀਆਂ ਤੋਂ ਲੋਕਾਂ ਨੇ। ਅਸੀਂ ਨਹੀਂ ਮਨਾਏ, ਦੁਨੀਆ ਤੇ ਅਸੀਂ ਕੀ ਕਹਿਣਾ ਸੀ। ਉਹਦਾ ਕਾਰਨ ਹੈ, ਜਦੋਂ ਉਹਨਾਂ ਦੇ ਇੱਕ ਇੱਕ ਵਾਕ ਨੇ ਸਮੇਂ ਦੀ ਬਹੁਤ ਵੱਡੇ ਬਣੇ ਹੋਏ ਮਜ਼ਹਬੀ ਸਟਰਕਚਰ ਨੂੰ, ਜਿਹੜਾ ਕੇਵਲ ਰਸਮਾਂ ਰੀਤਾਂ ਤੇ ਖੜਾ, ਉਹਨੂੰ ਝਟਕਾ ਦੇ। ਭਗਤ ਪੀਪਾ ਜਦੋਂ ਕਹਿੰਦੇ ਨੇ ਵਜੂਦ ਤਲਾਸ਼ੋ, ਤੀਰਥ ਵਜੂਦ ਨੂੰ ਤਲਾਸ਼ਣਾ ਹੀ ਹੈ, ਤੀਰਥ ਯਾਤਰੀ ਹੋਣਾ ਵਜੂਦ ਵਿੱਚ ਉਤਰਨਾ ਹੀ ਹੈ। ਦੇਵਤਾ ਤੁਹਾਡੇ ਅੰਦਰ ਹੈ, ਮੰਦਰ ਤੁਸੀਂ ਖੋਦੋ। ਇਹ ਚੀਜ਼ ਕਿਹੜੇ ਮਜ਼ਹਬੀ ਸਟਰਕਚਰ ਵਿੱਚ ਫਿੱਟ ਪੈਂਦੀ ਹੈ, ਜ਼ਰਾ ਸੋਚ ਕੇ ਵੇਖੋ। ਕੌਣ ਭਗਤ ਪੀਪਾ ਜੀ ਦੇ ਨਾਮ ਦੇ ਉੱਤੇ ਬਹੁਤ ਵੱਡਾ ਕੋਈ ਇਸ ਤਰ੍ਹਾਂ ਦਾ ਖਲਾਰਾ ਖਲਾਰਨ ਦੇਵੇਗਾ ਕਿਸੇ ਨੂੰ? ਇਸ ਕਰਕੇ ਉਹਨਾਂ ਦੇ ਬਹੁਤ ਸਾਰੇ ਉਪਦੇਸ਼ ਜਿਹੜੇ ਨਾ, ਸ਼ਾਇਦ ਇਹਨੂੰ ਯੁੱਗਗਰਦੀ, ਸਮੇਂ ਦੀ ਗਰਦ ਕਹਿ ਲਓ, ਉਹਦੇ 'ਚ ਇਹ ਤਾਂ ਸ਼ੁਕਰ ਹੈ ਸਤਿਗੁਰੂ ਦਾ, ਉਹਨਾਂ ਨੇ ਇਹਨਾਂ ਭਗਤਾਂ ਦਾ ਇੱਕ ਇੱਕ ਵਾਕ ਜਿਹੜਾ ਵੀ ਉਹਨਾਂ ਨੂੰ ਪ੍ਰਮਾਣਿਕ ਮਿਲਿਆ, ਉਹਨਾਂ ਨੇ ਸਾਂਭ ਲਿਆ ਤੇ ਅਮਰ ਕਰ ਦਿੱਤਾ। ਉਹਨਾਂ ਨੇ ਸਦੀਵ ਕਾਲ ਅਮਰ ਕਰ ਦਿੱਤਾ ਆਪਣੀ ਬਾਣੀ ਦੇ ਨਾਲ ਦਰਜ ਕਰਕੇ। ਹੁਣ ਚੌਥੇ ਪਾਤਸ਼ਾਹ ਜੀ ਕੀ ਫਰਮਾਉਂਦੇ ਨੇ, ਉਹ ਸੱਜਣ ਤੇ ਮੇਰੇ ਆਪਣੇ ਵਜੂਦ ਵਿੱਚ ਹੈ। ਫਿਰ ਆਖਦੇ ਨੇ, ਨਾਨਕ
ਅਲਖ ਨਾ ਲਖੀ ਹੈ। ਨਾਨਕ ਸ਼ਬਦ ਮੋਹਰ ਛਾਪ ਹੈ। ਇਸ ਸ਼ਬਦ ਦੀ ਵਰਤੋਂ ਗੁਰਬਾਣੀ ਵਿੱਚ ਕੇਵਲ ਗੁਰੂ ਪਾਤਸ਼ਾਹੀਆਂ ਹੀ ਕਰ ਸਕਦੀਆਂ ਨੇ, ਹੋਰ ਕੋਈ ਨਹੀਂ ਕਰ ਸਕਦਾ। ਬਾਣੀ ਦੇ ਵਿੱਚ ਸੱਤਾ ਬਲਵੰਡ ਜੀ ਦੀ ਵਾਰ ਹੈ, 8 ਪੌੜੀਆਂ ਦੀ ਰਾਮਕਲੀ ਦੀ ਵਾਰ, ਉਹ 'ਚ ਵੀ ਉਹ ਨਾਨਕ ਛਾਪ ਨਹੀਂ ਵਰਤਦੇ, ਬਾਬਾ ਸੁੰਦਰ ਜੀ ਨਹੀਂ ਵਰਤਦੇ। ਇਹ ਕੇਵਲ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਉੱਤਰਾਧਿਕਾਰੀ ਗੁਰੂ ਹੀ ਆਪਣੇ ਆਪ ਨੂੰ ਨਾਨਕ ਛਾਪ ਵਰਤਣ ਦਾ ਅਧਿਕਾਰ ਰੱਖਦੇ। ਤੇ ਚੌਥੇ ਪਾਤਸ਼ਾਹ ਦਾ ਸ਼ਲੋਕ ਉਹਨਾਂ ਨਾਨਕ ਸ਼ਬਦ ਦੀ ਵਰਤੋਂ ਕੀਤੀ ਹੈ। ਨਾਨਕ ਅਲਖ ਨਾ ਲਖੀ ਹੈ। ਲੱਖ ਦਾ ਮਤਲਬ ਹੁੰਦਾ ਜਿਹਨੂੰ ਲਖਿਆ ਨਾ ਜਾ ਸਕੇ, ਜਿਹਦਾ ਕੋਈ ਚੱਕਰ ਚੇਨ ਰੂਪ ਰੰਗ ਆਕਾਰ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੂ ਗੁਣ ਤੇ ਪ੍ਰਭ ਭੈਣ। ਉਹਨੂੰ ਲਖਿਆ ਨਹੀਂ ਜਾ ਸਕਦਾ, ਉਹਦੇ ਇਸ ਤਰ੍ਹਾਂ ਦੇ ਕਿਸੇ ਰੂਪ ਨੂੰ ਤੱਕਿਆ ਨਹੀਂ ਜਾ ਸਕਦਾ। ਤੇ ਉਸ ਦੀ ਸੋਝੀ ਕਿਵੇਂ ਹੁੰਦੀ ਹੈ? ਗੁਰਮੁਖ ਦੇ ਦਿਖਾਲ, ਗੁਰੂ ਦੇ ਰਾਹੀਂ ਗੁਰੂ ਕਿਰਪਾ ਕਰਕੇ ਸਾਨੂੰ ਉਹ ਸੁਰਤੀ ਦੇ ਨੇਤਰ ਬਖਸ਼ਦਾ ਹੈ, ਜਿਸ ਰਾਹੀਂ ਅਸੀਂ ਆਪਣੇ ਮਾਲਕ ਵਾਹਿਗੁਰੂ ਨੂੰ ਆਪਣੇ ਵਜੂਦ ਵਿੱਚੋਂ ਵੇਖ ਲੈਂਦੇ। ਲੋਏ ਨੂੰ ਸੁਰਤ ਕਰੇ, ਸੁਰਤੀ ਦੀਆਂ ਅੱਖਾਂ ਦੇ ਨਾਲ, ਕਿਉਂਕਿ ਦੂਜੀਆਂ ਅੱਖਾਂ ਬਾਰੇ ਤਾਂ ਕਿਹਾ ਲੋਇਣ ਲੋਈ ਡਿੱਠ, ਪਿਆਸ ਨਾ ਬੁੱਝੈ ਮੂੰਹ ਘਣੀ, ਨਾਨਕ ਸੇ ਅਕੜੀਆਂ ਬਿਆਨ, ਜਿਨੀ ਡਸੰਦੋ ਮਾਂ ਫਿਰੇ। ਤੇ ਇਸ ਤੋਂ ਅਗਲਾ ਸ਼ਲੋਕ ਜਿਹੜਾ ਹੈ 122 ਨੰਬਰ ਸ਼ਲੋਕ, ਸਤਿਗੁਰੂ ਫਰਮਾਨ ਕਰਦੇ ਹਨ, ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ, ਡੁੱਬ ਮੂਏ ਬਗ ਬਪੁੜੇ, ਸਿਰ ਤਲ ਉੱਪਰ ਪਾਉ। ਇਹ ਪਾਵਨ ਸ਼ਲੋਕ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੈ। ਤੇ ਇਹਦੇ ਨਾਲ ਅਗਲਾ ਸ਼ਲੋਕ ਵੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦਾ। ਇਹ ਸ਼ਲੋਕ ਵੀ ਬਾਬਾ ਫਰੀਦ ਸਾਹਿਬ ਦੇ 119 ਨੰਬਰ ਸ਼ਲੋਕ ਦੀ, ਜਿਹਦੀ ਵਿਆਖਿਆ 'ਚ ਪਹਿਲੇ ਪਾਤਸ਼ਾਹ ਦਾ ਸ਼ਲੋਕ ਹੈ, ਫਿਰ ਚੌਥੇ ਪਾਤਸ਼ਾਹ ਦਾ ਸ਼ਲੋਕ ਹੈ, ਉਹਦੀ ਵਿਆਖਿਆ ਵਿੱਚ ਹੀ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਨਾਲ 2 ਸ਼ਲੋਕ ਨੇ। ਆਖਦੇ ਨੇ, ਬਾਹਰੀ ਤਾਪਾਦਕ ਸਾਧ ਕੇ, ਲਿਬਾਸ ਪਾ ਕੇ, ਵਿਖਾਵੇ ਕਰਕੇ ਬੰਦਾ ਆਪਣੇ ਆਪ ਨੂੰ ਭਗਤ ਹੋਣ ਦਾ ਭੁਲੇਖਾ ਤੇ ਪਵਾ ਸਕਦਾ ਤੇ ਪਾ ਸਕਦਾ, ਇਸ ਭਰਮ 'ਚ ਜੀ ਵੀ ਸਕਦਾ ਤੇ ਭਰਮ ਦੁਨੀਆ ਨੂੰ ਪਾ ਵੀ ਸਕਦਾ। ਪਰ ਇਸ ਤਰ੍ਹਾਂ ਕੋਈ ਬਗਲਾ ਹੰਸ ਨਹੀਂ ਬਣ ਸਕਦਾ। ਬਗਲੇ ਦਾ ਰੰਗ ਵੀ ਜਿਹੜਾ ਹੈ ਉਹ ਹੰਸ ਵਰਗਾ ਚਿੱਟਾ ਹੁੰਦਾ, ਨੈਣ ਨਕਸ਼ ਸ਼ਕਲੋ ਸੂਰਤ ਆਕਾਰ ਸੇਮ, ਪਰ ਦੋਵਾਂ ਦੇ ਵਿਹਾਰ ਵਿੱਚ ਬੜਾ ਵੱਡਾ ਅੰਤਰ ਹੈ। ਵਿਹਾਰ ਇੱਕੋ ਜਿਹਾ ਨਹੀਂ। ਜੇ ਪਹਿਰਾਵੇ ਦੇ ਤੌਰ ਤੇ ਨਾਪਣਾ ਹੋਵੇ ਨਾ, ਤੇ ਪੰਡਤਾਂ ਤੋਂ ਵੱਡਾ ਧਰਮੀ ਕੋਈ ਨਹੀਂ ਹੋ ਸਕਦਾ। ਕਬੀਰ ਜੀ ਬਾਬਾ ਰਵਿਦਾਸ ਜੀ ਨੂੰ ਵੇਖ ਕੇ ਕੋਈ ਕਹਿੰਦਾ ਹੋਏਗਾ ਵੀ ਇਹ ਬੰਦੇ ਧਰਮੀ ਨੇ। ਸਾਰਾ ਦਿਨ ਮਰੇ ਹੋਏ ਪਸ਼ੂ ਢੋ ਕੇ ਉਹਨਾਂ ਦਾ ਚੰਮ ਲਾਉਣਾ, ਤੇ ਤੁਸੀਂ ਸਮਝਦੇ ਹੋ ਇਹ ਇਹੋ ਜਿਹੀ ਕਿਰਤ ਕਰਨ ਵਾਲਾ ਬੰਦਾ ਜਿਹੜਾ ਹੈ, ਉਹਦੀ ਦਸ਼ਾ ਕੀ ਹੋ? ਉਹਦੇ ਤਾਂ ਹੱਥਾਂ 'ਚੋਂ ਵੀ ਸਮੈਲ ਆਉਂਦੀ ਹੈ, ਇਹ ਤਾਂ ਕੱਪੜੇ ਵੀ ਉਹੋ ਜਿਹੇ ਹੁੰਦੇ ਨੇ, ਉਹਨੇ ਰਹਿਣਾ ਵੀ ਸਾਰੀ ਦਿਹਾੜੀ। ਇਸ ਕਿਰਤੀ ਬੰਦੇ ਦਾ ਜਿਹੜਾ ਜੀਵਨ ਹੈ, ਕਬੀਰ ਜੀ ਖੱਡੀ ਚਲਾਉਂਦੇ ਸਨ। ਹੁਣ ਇਹਨਾਂ 2 ਮਹਾਂਪੁਰਖਾਂ ਨੂੰ, ਕਿਉਂਕਿ ਇਹ ਕਾਂਸ਼ੀ ਦੇ ਰਹਿਣ ਵਾਲੇ ਨੇ, ਕਾਂਸ਼ੀ 7 ਪੁਰੀਆਂ 'ਚੋਂ ਇੱਕ ਪਵਿੱਤਰ ਨਗਰੀ ਹੈ, ਮਜ਼ਹਬੀ ਤੌਰ ਦੇ ਉੱਤੇ ਭਾਰਤ ਦੇ ਅੰਦਰ ਤੀਰਥ ਹੈ ਬਹੁਤ ਵੱਡਾ, ਸ਼ਿਵਪੁਰੀ ਵੀ ਉਹਨੂੰ ਕਹਿੰਦੇ ਨੇ, ਮੁਕਤੀ ਦਾ ਸਥਾਨ। ਲੋਕ ਗੰਗਾ ਨਹਾਉਣ ਦੂਰੋਂ ਦੂਰੋਂ ਆਉਂਦੇ ਨੇ। ਕਬੀਰ ਜੀ ਨੂੰ ਜਦੋਂ ਪੁੱਛਿਆ ਜਾਂਦਾ ਸੀ, ਤੁਸੀਂ ਪਾਪ ਉਤਾਰਨ ਲਈ ਗੰਗਾ ਨਹਾਉਣ ਨਹੀਂ ਜਾਂਦੇ? ਉਹ ਕਹਿੰਦੇ ਨੇ, ਮੈਂ ਆਪਣੇ ਮਨ ਵਿੱਚ ਹੀ ਉਹ ਗੰਗਾ ਵਹਾ ਲਈ, ਜਿਸ ਗੰਗਾ ਨੇ ਪਾਪ ਧੋਣੇ ਨੇ। ਮੇਰੇ ਵਾਸਤੇ ਇੱਕੋ ਹੀ ਗੰਗਾ ਹੈ, ਗੰਗ ਗੁਸਾਇਨ ਗਹਿਰ ਗੰਭੀਰ। ਖੈਰ, ਜਦੋਂ ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਦੇ ਹਾਲਾਤਾਂ ਨੂੰ ਪੜ੍ਹੋ, ਨਾ ਕੋਈ ਚਿੰਨ੍ਹ ਹੈ ਸਰੀਰ ਦੇ ਉੱਤੇ ਧਰਮੀ ਹੋਣ ਦਾ, ਨਾ ਧਰਮ ਗ੍ਰੰਥ ਰੱਖਣ ਦੀ ਉਹਨਾਂ ਨੂੰ ਆਗਿਆ, ਤੇ ਨਾ ਪੜ੍ਹਨ ਦੀ ਇਜਾਜ਼ਤ ਹੈ। ਨਾ ਉਹ ਮੰਦਰਾਂ ਵਿੱਚ ਜਾ ਸਕਦੇ ਨੇ, ਨਾ ਕੋਈ ਧਰਮ ਕਰਮ ਕਰਨ ਦਾ ਉਹਨਾਂ ਨੂੰ ਆਗਿਆ ਹੈ। ਨਿਯਮ ਬਣਾਏ ਨਾ ਮਜ਼ਹਬੀ ਕੇਂਦਰਾਂ ਨੇ। ਅਗਲਿਆਂ ਜਦੋਂ ਧਰਮ ਗ੍ਰੰਥ ਲਿਖੇ ਤੇ ਉਹਦੇ ਵਿੱਚ ਉਹਨਾਂ ਨੇ ਅਧਿਕਾਰ ਪਾਏ ਵੀ ਕਿਹੜਾ ਪੜ੍ਹ ਸਕਦਾ, ਕਿਹੜਾ ਨਹੀਂ ਪੜ੍ਹ ਸਕਦਾ।
ਕਿਹੜਾ ਇਹਨੂੰ ਗਾ ਸਕਦਾ, ਕਿਹੜਾ ਨਹੀਂ ਗਾ ਸਕਦਾ। ਧਰਮ ਸਥਾਨ ਜਿਹੜਾ ਬਣਿਆ ਇੱਥੇ ਕੌਣ ਆ ਸਕਦਾ, ਕੌਣ ਨਹੀਂ ਆ ਸਕਦਾ, ਉਹਨਾਂ ਦੀਆਂ ਚੀਜ਼ਾਂ ਨੇ, ਅਗਲੇ ਬਣਾ ਸਕਦੇ ਨੇ। ਕਿਸੇ ਨੂੰ ਇਜਾਜ਼ਤ ਐਂਟਰੀ ਦੇਣ ਨਾ ਦੇਣ ਉਹਨਾਂ ਦੀ ਮਰਜ਼ੀ ਹੈ। ਉਹਦੇ ਆਧਾਰ ਤੇ ਉਹਨਾਂ ਨੇ ਇੱਕ ਵਰਗ ਵੰਡ ਕੀਤੀ। ਉਸ ਅਧਿਕਾਰ ਖੇਤਰ ਵਿੱਚ ਨਾ ਬਾਬਾ ਰਵਿਦਾਸ ਜੀ ਆਉਂਦੇ ਨੇ, ਨਾ ਬਾਬਾ ਕਬੀਰ ਸਾਹਿਬ ਆਉਂਦੇ ਨੇ। ਦੋਵਾਂ ਦੀ ਕਿਰਤ ਵੀ ਤੁਸੀਂ ਵੇਖਦੇ ਹੋ, ਮੈਂ ਹੁਣੇ ਜ਼ਿਕਰ ਕੀਤਾ ਹੈ, ਮਰੇ ਪਸ਼ੂ ਢੋਣਾ, ਚਮੜੀ ਦੇ ਜੁੱਤੇ ਬਣਾਉਣਾ। ਇੱਕ ਦਾ ਕੰਮ ਹੈ ਖੱਡੀ ਬੁਣਨਾ, ਕੱਪੜਾ ਬੁਣਨਾ। ਤਥਾ ਕਥਿਤ ਅਖੌਤੀ ਨੀਵੀਆਂ ਪਛੜੀਆਂ ਜਾਤਾਂ ਦੇ ਵਿੱਚੋਂ ਉਹਨਾਂ ਨੂੰ ਮੰਨਿਆ ਗਿਆ। ਉਹਨਾਂ ਨੂੰ ਬੋਲ ਕਬੋਲ ਵੀ ਕਹੇ ਜਾਂਦੇ। ਹੁਣ ਜਿਹੜਾ ਧਰਮੀ ਹੋਣ ਦਾ ਜਿਹੜੀ ਨਿਸ਼ਾਨੀ ਮਿਥ ਲਈ ਗਈ ਹੈ, ਉਹ ਤੇ ਉਹਨਾਂ ਦੇ ਕੋਲ ਇੱਕ ਵੀ ਨਹੀਂ। ਪਰ ਗੁਰੂ ਨਾਨਕ ਮੰਨਦੇ ਨੇ ਵੀ ਇਹ ਸਭ ਤੋਂ ਵੱਡੇ ਧਰਮੀ ਨੇ। ਸਤਿਗੁਰੂ ਦਾ ਮੰਨਣਾ ਵੀ ਕਬੀਰ ਜੀ ਅਸਲ ਧਰਮੀ ਨੇ, ਬਾਬਾ ਰਵਿਦਾਸ ਸਾਹਿਬ ਮਹਾਰਾਜ ਅਸਲ ਧਰਮੀ ਨੇ। ਚਿੰਨ੍ਹ ਕੋਈ ਨਹੀਂ ਹੈ, ਅਧਿਕਾਰ ਕੋਈ ਨਹੀਂ ਹੈ ਸਮਾਜਿਕ ਤੌਰ ਉੱਤੇ, ਕਿਉਂਕਿ ਗੁਰੂ ਸਾਹਿਬ ਨੇ ਕੁਝ ਮਿੱਥੀਆਂ ਚੀਜ਼ਾਂ ਤੋਂ ਧਰਮੀ ਹੋਣ ਦਾ ਸੰਕੇਤ ਨਹੀਂ ਵਰਤਿਆ, ਧਰਮੀ ਹੋਣ ਦਾ ਪਤਾ ਨਹੀਂ ਲਾਇਆ। ਉਹਨਾਂ ਨੇ ਉਹਨਾਂ ਦੀ ਸੁਰਤ ਦੀ ਉਚਾਈ ਤੋਂ ਤੇ ਕਿਰਦਾਰ ਦੀ ਡੂੰਘਾਈ ਤੋਂ ਉਹਨਾਂ ਦੇ ਧਰਮੀ ਹੋਣ ਦਾ ਪ੍ਰਮਾਣ ਲਿਆ। ਉਹਨਾਂ ਨੇ ਕਬੀਰ ਜੀ ਨੂੰ ਦਿੱਖ ਤੋਂ ਨਹੀਂ, ਕਬੀਰ ਜੀ ਨੂੰ ਜੀਵਨ ਤੋਂ ਵੇਖਿਆ। ਉਹਨਾਂ ਬਾਬਾ ਰਵਿਦਾਸ ਸਾਹਿਬ ਜੀ ਨੂੰ ਉਹਨਾਂ ਦੇ ਚਿੰਨ੍ਹਾਂ ਤੋਂ ਨਹੀਂ, ਚਿੰਨ੍ਹ ਤਾਂ ਪੰਡਤਾਂ ਕੋਲ ਜ਼ਿਆਦੇ ਨੇ, ਧਰਮ ਕਰਮਾਂ ਦੀ ਗਿਣਤੀ ਤੇ ਉਹਨਾਂ ਦੀ ਜ਼ਿਆਦੀ ਹੈ। ਉਹਨਾਂ ਨੇ ਬਾਬਾ ਰਵਿਦਾਸ ਸਾਹਿਬ ਜੀ ਦੀ ਆਤਮਕ ਉੱਚਤਾ ਤੋਂ ਉਹਨਾਂ ਨੂੰ ਰੱਬ ਦੇ ਪਿਆਰੇ ਮੰਨਿਆ, ਧਰਮੀ ਮੰਨਿਆ। ਤੇ ਸਾਨੂੰ ਆਖਿਆ ਤੁਹਾਨੂੰ ਕਿਸੇ ਪੰਡਤ ਤੋਂ ਨਹੀਂ, ਤੁਹਾਨੂੰ ਬਾਬਾ ਰਵਿਦਾਸ ਸਾਹਿਬ ਤੇ ਬਾਬਾ ਕਬੀਰ ਸਾਹਿਬ ਮਹਾਰਾਜ ਤੋਂ ਸੇਧ ਲੈਣ ਦੀ ਲੋੜ ਹੈ। ਧਰਮ ਕੀ ਹੁੰਦਾ ਤੁਹਾਨੂੰ ਉਹਨਾਂ ਕੋਲੋਂ ਸਿੱਖਣ ਦੀ ਲੋੜ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਇਸ ਸ਼ਲੋਕ ਦੀ ਵਿਆਖਿਆ ਵਿੱਚ ਫਰਮਾ ਰਹੇ ਨੇ, ਤੀਸਰੇ ਪਾਤਸ਼ਾਹ, ਇਹ ਵਡਹੰਸ ਕੀ ਵਾਰ ਦੇ ਵਿੱਚ ਇਹ ਸ਼ਲੋਕ ਦਰਜ ਹੈ। ਹੰਸਾਂ ਦੇਖ ਤਰੰਦਿਆਂ, ਹੰਸਾਂ ਨੂੰ ਤਰਦਿਆਂ ਹੋਇਆਂ, ਪਾਣੀ ਤੇ ਤਰਦਿਆਂ ਹੋਇਆਂ ਵੇਖ ਕੇ ਬੱਗਾਂ ਆਇਆ ਚਾਓ, ਬਗਲਿਆਂ ਨੂੰ ਚਾਹ ਉੱਠਿਆ ਵੀ ਅਸੀਂ ਵੀ ਇਹਦੇ ਵਾਂਗ ਤਰੀਏ। ਉਹਨਾਂ ਦਾ ਆਪਣਾ ਤਰਨ ਦਾ ਲਹਿਜਾ ਹੋ ਸਕਦਾ, ਪਰ ਉਹਦੇ ਵਾਂਗ ਤਰੀਏ ਜਿਵੇਂ ਉਹ ਤਰਦਾ। ਡੁੱਬ ਮੂਏ ਬਗ ਬਪੁੜੇ, ਵਿਚਾਰੇ ਬਗਲੇ ਜਿਹੜੇ ਸਨ ਉਹ ਡੁੱਬ ਕੇ ਮਰ ਗਏ। ਸਿਰ ਤਲ ਉੱਪਰ ਪਾਉ, ਸਿਰ ਥੱਲੇ ਹੋ ਗਿਆ, ਪੈਰ ਉੱਤੇ ਹੋ ਗਏ, ਡੁੱਬ ਗਏ ਪਾਣੀ 'ਚ, ਤਰ ਨਹੀਂ ਸਕੇ, ਜਾਨ ਚਲੀ ਗਈ। ਹੁਣ ਇੱਥੇ ਹੰਸ ਕਿਹਨੂੰ ਕਿਹਾ? ਗੁਰਮੁਖਾਂ ਨੂੰ, ਦਰਵੇਸ਼ਾਂ ਨੂੰ, ਜਿਨ੍ਹਾਂ ਦਾ ਪਹਿਲੇ ਸ਼ਲੋਕਾਂ 'ਚ ਜ਼ਿਕਰ ਹੈ। ਦਰਵੇਸ਼ਾਵੀ ਰੀਤ, ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜਿਰਾਂਦ, ਫਰੀਦਾ ਦਰ ਦਰਵੇਸ਼ੀ ਗਾਖੜੀ। ਉਹ ਦਰਵੇਸ਼ਾਂ ਨੂੰ ਇੱਥੇ ਹੰਸ ਕਿਹਾ, ਤੇ ਬਗਲੇ ਕਿਹਨਾਂ ਨੂੰ ਕਿਹਾ? ਜਿਹੜੇ ਸਰੀਰ ਤੇ ਸਵਾਹ ਮਲ ਕੇ ਦਰਵੇਸ਼ ਬਣ ਗਏ, ਕਮਾਈ ਕੋਈ, ਜਿਨ੍ਹਾਂ ਨੇ 4 ਦਿਨ ਭੁੱਖ ਕੱਟੀ ਤੇ ਆਖਿਆ ਸਾਡੀ ਤੇ ਕਮਾਈ ਬੜੀ ਹੈ। ਜਿਹੜੇ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਘਰ ਛੱਡ ਕੇ ਭਿਖਾਰੀ ਹੋ ਗਏ, ਆਖਿਆ ਅਸੀਂ ਤਾਂ ਫਕੀਰ ਹੋ ਗਏ ਹਾਂ। ਜਿਨ੍ਹਾਂ ਨੇ ਕੇਵਲ ਚਿੰਨ ਪਹਿਨ ਲਏ, ਅੰਦਰ ਧਰਮ ਦੀ ਕੜੀ ਨਹੀਂ ਵਸਾਈ, ਤੇ ਆਖਿਆ ਅਸੀਂ ਤੇ ਰੱਬ ਦੇ ਬੰਦੇ ਹੋ ਗਏ ਹਾਂ, ਉਹਨਾਂ ਨੂੰ ਬਗਲੇ ਕਿਹਾ। ਵੀ ਇਹਨਾਂ ਦਾ ਧਰਮ ਇਹਨਾਂ ਦੇ ਹੱਡ ਮਾਸ ਦੇ ਉੱਤੇ ਤੱਕ ਸੀਮਤ ਹੈ, ਇਹਨਾਂ ਦਾ ਧਰਮ ਇਹਨਾਂ ਦੀ ਸੁਰਤ 'ਚ ਨਹੀਂ ਗਿਆ। ਇਹ ਵਿਖਾਵੇਬਾਜ਼ ਨੇ, ਇਹ ਕਰਮਕਾਂਡੀ ਨੇ, ਰਸਮਾਂ ਰੀਤਾਂ ਦੇ ਵਿੱਚ ਗੁੜੇ ਹੋਏ ਨੇ। ਉਹ ਰੀਸ ਕਰਦੇ ਨੇ ਵੀ ਅਸੀਂ ਕਬੀਰ ਜੀ ਵਰਗੇ ਹੋ ਗਏ, ਉਹ ਰੀਸ ਕਰਦੇ ਨੇ ਅਸੀਂ ਦਰਵੇਸ਼ ਹੋ ਗਏ, ਫਕੀਰ ਹੋ ਗਏ, ਪਰ ਪਹੁੰਚੇ ਉਹ ਕਿਤੇ ਵੀ ਨਹੀਂ। ਇਹ ਤਾਂ ਡੁੱਬਣਗੇ, ਪਖੰਡ ਇਹਨਾਂ ਨੂੰ ਲੈ ਡੁੱਬੇ। ਇਹ ਰੀਸ ਕਰਦੇ ਨੇ ਕੇਵਲ ਵਿਖਾਵੇ ਮਾਤਰ ਦੀ, ਤੇ ਇਹਨਾਂ ਦਾ ਪਖੰਡ ਹੀ ਇਹਨਾਂ ਨੂੰ ਡੋਬਦਾ ਹੈਗਾ, ਕਿਉਂਕਿ ਪਖੰਡ ਨੇ ਇਹਨਾਂ ਦੇ ਅੰਦਰ ਭਰਮ ਪੈਦਾ ਕਰਨਾ ਹੈ। ਤੁਰੇ ਹੈ ਨਹੀਂ, ਭਰਮ ਇਹ ਪੈਦਾ ਹੋ ਜਾਣਾ ਵੀ ਅਸੀਂ ਤੇ ਪਹੁੰਚ ਗਏ ਹਾਂ। ਇਹਨਾਂ ਦਾ ਪਖੰਡ ਇਹਨਾਂ ਨੂੰ ਚੱਕਰਵਿਊਹ ਵਿੱਚ ਪਾਈ ਰੱਖੇਗਾ ਹਮੇਸ਼ਾ ਵਾਸਤੇ। ਤੋਂ ਨਾਲ ਦਾ ਸ਼ਲੋਕ ਹੈ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੁੜਾ ਜਨਮ ਨਾ ਪੇੜੀ ਅੰਗ। ਇਹ ਵੀ ਤੀਸਰੇ ਪਾਤਸ਼ਾਹ ਹਜ਼ੂਰ ਦਾ ਸ਼ਲੋਕ ਹੈ ਵਡਹੰਸ ਕੀ ਵਾਰ ਦੇ ਵਿੱਚ, ਔਰ ਇਹ ਉੱਥੇ ਵੀ ਦੋਵੇਂ ਸ਼ਲੋਕ ਇਕੱਠੇ ਦਰਜ ਨੇ। ਲਗ ਮਾਤਰਕ ਫਰਕ ਹੋ ਸਕਦਾ ਹੈ। ਵੈਸੇ ਵੀ ਵੇਖਣ 'ਚ ਆਇਆ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਇੱਕ ਸ਼ਬਦ ਦੂਜੀ ਥਾਂ ਤੇ ਦੁਬਾਰਾ ਅੰਕਿਤ ਹੈ, ਉਹਦਾ ਲਗ ਮਾਤਰਕ ਫਰਕ ਪਿਆ।
ਤੋ ਇੱਥੇ ਤੀਸਰੇ ਪਾਤਸ਼ਾਹ ਕਹਿੰਦੇ ਨੇ, ਮੈਂ ਜਾਣਿਆ, ਮੈਂ ਸਮਝਿਆ, ਮੈਂ ਇਹ ਭੁਲੇਖਾ ਖਾਧਾ। ਵੱਡਾ ਹੰਸ ਹੈ, ਵੀ ਬਹੁਤ ਵੱਡਾ ਹੰਸ ਹੈ, ਤਾਂ ਬੜਾ ਸ੍ਰੇਸ਼ਟ ਉੱਤਮ ਕਿਸਮ ਦਾ ਹੰਸ ਹੈ। ਉਹ ਬਾਹਰੀ ਵਿਖਾਵਾ ਲੁਕ ਵੇਖ ਕੇ ਤਾਂ ਮੈਂ ਕੀਤਾ ਸੰਗ, ਤਾਂ ਮੈਂ ਉਹਦੀ ਸੰਗਤ ਕਰ ਲਈ, ਉਹਦੇ ਨੇੜੇ ਹੋ ਗਿਆ। ਹਜ਼ੂਰ ਸੁਚੇਤ ਕਰਦੇ ਨੇ, ਜੇ ਜਾਣਾ ਬਗ ਬਪੁੜਾ, ਜੇ ਮੈਨੂੰ ਪਤਾ ਹੁੰਦਾ ਵੀ ਇਹ ਤਾਂ ਵਿਚਾਰਾ ਬਗਲਾ ਹੈ, ਇਹ ਹੰਸ ਨਹੀਂ, ਮੈਂ ਤਾਂ ਹੰਸ ਸਮਝ ਕੇ ਬਗਲੇ ਦੀ ਸੰਗਤ ਕੀਤੀ, ਤਾਂ ਜਨਮ ਨਾ ਭੇੜੀ ਅੰਗ, ਤਾਂ ਮੈਂ ਮੂਲੋਂ ਹੀ, ਜਨਮ ਦਾ ਮਤਲਬ ਹੁੰਦਾ ਵੀ ਮੁੱਢੋਂ ਹੀ, ਮੂਲੋਂ ਹੀ ਇਹਦੇ ਨਾਲ ਅੰਗ ਵੀ ਨਹੀਂ ਸੀ ਛੋਣਾ, ਮਤਲਬ ਇਹਦੀ ਸੰਗਤ ਹੀ ਨਹੀਂ ਸੀ, ਉਸ ਰਾਹ ਹੀ ਨਹੀਂ ਸੀ ਪੈਣਾ ਜਿੱਥੇ ਇਹ ਹੈ। ਮੈਂ ਪਖੰਡੀ ਤੇ ਵਿਖਾਵੇ ਬਾਜ ਦੀ ਸੰਗਤ ਕਾਹਨੂੰ ਕਰਨੀ ਸੀ। ਇਹਦਾ ਭਾਵ ਹੈ, ਹਾਲਾਂਕਿ ਮੈਂ ਇਸ ਸ਼ਲੋਕ ਵਿੱਚੋਂ ਅੰਦਾਜ਼ਾ ਲਾਉਣਾ ਵੀ ਤੀਸਰੇ ਪਾਤਸ਼ਾਹ ਦੇ ਜੀਵਨ ਦਾ ਤਜਰਬਾ ਹੈ ਇਹਦੇ 'ਚ। ਉਹਨਾਂ ਆਪਣੀ ਜ਼ਿੰਦਗੀ ਦੇ ਬੜੇ ਕੀਮਤੀ ਦਹਾਕੇ ਸਾਲ ਜਿਹੜੇ ਸਨ, ਕੋਈ ਉਹਨਾਂ ਨੂੰ 12 ਵਾਰ ਕਹਿੰਦਾ ਤੇ ਕੋਈ 22 ਵਾਰ ਕਹਿੰਦਾ ਤੇ ਕੋਈ 20 ਵਾਰ ਕਹਿੰਦਾ, ਕਿ ਉਹਨਾਂ ਹਰਿਦੁਆਰ ਦੀ ਯਾਤਰਾ ਕੀਤੀ। ਜੋਤਸ਼ੀਆਂ ਦੀ, ਸੰਨਿਆਸੀਆਂ ਦੀ, ਸ਼ਾਸਤਰੀਆਂ ਦੀ, ਪੰਡਤਾਂ ਦੀ, ਹਰ ਇੱਕ ਦੀ ਸੰਗਤ ਸੋਬਤ ਨਾਲ, ਬੜੇ ਧਾਰਮਿਕ ਖਿਆਲਾਂ ਦੇ ਜਗਿਆਸੂ ਸਨ। ਤੇ ਉਹਨਾਂ ਦੇ ਜੀਵਨ 'ਚ ਇਹ ਘਟਨਾ ਆਉਂਦੀ ਹੈ ਵੀ ਜਦੋਂ ਇੱਕ ਸੰਨਿਆਸੀ ਨੇ, ਸੰਨਿਆਸੀ ਦੀ ਉਹਨਾਂ ਸੰਗਤ ਕੀਤੀ, ਬੜੇ ਪ੍ਰੇਮ 'ਚ ਭੇਜ ਕੇ ਵੀ ਇਹ ਕੋਈ ਬਹੁਤ ਪਹੁੰਚਿਆ ਹੋਇਆ ਬੰਦਾ ਹੋਏਗਾ। ਜਿਵੇਂ ਆਪਣੇ ਨਹੀਂ ਦਰਵਾਜ਼ੇ ਤੇ ਆਪਣੇ ਮੁਲਕ ਵਿੱਚ ਆਉਂਦਾ ਕੋਈ ਮੰਗਣ ਵਾਲਾ, ਆਪਾਂ ਉਹਨੂੰ ਬਾਬਾ ਹੀ ਕਹਿ ਛੱਡਦੇ, ਬਾਬਾ ਜੀ ਆਏ। ਬਾਬਾ ਬੁੱਢਾ ਜੀ ਨੂੰ ਵੀ ਬਾਬਾ ਹੀ ਕਹਿਣਾ, ਬਾਬਾ ਦੀਪ ਸਿੰਘ ਨੂੰ ਵੀ ਬਾਬਾ ਹੀ ਕਹਿਣਾ, ਤੇ ਉਹਨੂੰ ਮੰਗਣ ਵਾਲੇ ਨੂੰ ਵੀ ਬਾਬਾ ਹੀ ਕਹਿ ਛੱਡਣਾ। ਅਸੀਂ ਤੇ ਥੋਕ ਦੇ ਭਾਅ 'ਚ ਹੀ ਬਾਬੇ ਵਿੱਚ, ਇਹ ਭੁੱਲ ਹੀ ਗਏ ਵੀ ਬਾਬਾ ਬੁੱਢਾ ਜੀ ਵਰਗੀਆਂ ਮਹਾਨ ਹਸਤੀਆਂ ਨੂੰ ਅਸੀਂ ਬਾਬਾ ਕਹਿੰਦੇ ਹਾਂ, ਤੇ ਇਸ ਬੰਦੇ ਨੂੰ ਪਹਿਲਾਂ ਪਰਖ ਤਾਂ ਲਈਏ ਵੀ ਇਹਦੇ 'ਚ ਕੋਈ ਗੱਲ ਵੀ ਹੈ। ਪਰ ਬਾਬਾ ਤੇ ਬਾਬਾ ਹੀ ਹੈ। ਟਾਕੀਆਂ ਵਾਲਾ ਚੋਲਾ ਪਾ ਕੇ ਆ ਗਿਆ ਬਾਬਾ ਹੈ, ਕਾਲਾ ਚੋਲਾ ਪਾ ਕੇ ਆ ਗਿਆ ਬਾਬਾ ਹੈ, ਚਿੱਟਾ ਪਾ ਕੇ ਆ ਗਿਆ ਬਾਬਾ ਹੈ, ਹਰਿਆ ਪਾ ਕੇ ਆ ਗਿਆ ਬਾਬਾ ਹੈ। ਅਸੀਂ ਸਾਰੇ ਹੀ ਮਿਕਸ ਅਪ ਕਰ ਲਏ, ਅਸਲ ਨਕਲ ਦਾ ਫਰਕ ਹੀ ਨਹੀਂ ਰਹਿਣ ਦੇ। ਅਸੀਂ ਕਿਹੜੀ ਚੀਜ਼ ਤੋਂ ਪ੍ਰਭਾਵਿਤ ਹੋਏ, ਜਰਾ ਸੋਚ ਕੇ ਵੇਖ, ਕਿਹੜੀ ਚੀਜ਼ ਤੋਂ? ਉਹਦੀ ਲੁੱਕ, ਉਹ ਵੱਖਰੀ ਸੀ ਨਾ ਸਾਡੇ ਤੋਂ। ਜੇ ਭਲਾ ਉਹ ਪੈਂਟ ਕਮੀਜ਼ ਪਾ ਕੇ ਆ ਜਾਂਦਾ, ਅਸੀਂ ਉਹਨੂੰ ਮੰਗਤਾ ਸਮਝਦੇ, ਬਾਬਾ ਸਮਝਦੇ? ਬਿਲਕੁਲ ਨਹੀਂ ਸਮਝਦੇ। ਜੇ ਉਹ ਚਾਦਰਾ ਬਣ ਕੇ ਆ ਜਾਂਦਾ, ਬਿਲਕੁਲ ਨਾ ਸਮਝਦਾ। ਉਹਨੂੰ ਪਤਾ ਸੀ ਸਾਡੀ ਮੈਂਟੈਲਿਟੀ ਦਾ, ਸਾਡੀ ਮਾਨਸਿਕਤਾ ਜਿਹੜੀ ਹੈ ਉਹਨੂੰ, ਉਹ ਕਿਹੜੀ ਚੀਜ਼ ਤੇ ਰੀਝਦੀ ਹੈ, ਕੁਝ ਵੱਖਰਾ ਟ੍ਰੈਂਡ। ਇਸ ਵਾਸਤੇ ਤੀਸਰੇ ਪਾਤਸ਼ਾਹ ਮਹਾਰਾਜ ਨੇ ਜਦੋਂ ਸੰਨਿਆਸੀ ਦੀ ਸੋਭਤ ਕੀਤੀ, ਬੜੀ ਸੇਵਾ ਕੀਤੀ। ਗੱਲਾਂ ਚੱਲ ਪਈਆਂ ਜਿਸ ਵੇਲੇ ਵਿਚਾਰ ਚਲਦੀ ਚਲਦੀ, ਤੇ ਉਹਨੇ ਆਖਿਆ, ਤੇਰਾ ਗੁਰੂ ਕੌਣ ਹੈ? ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਜੀ ਮੈਂ ਸਮਝਿਆ ਨਹੀਂ ਤੁਹਾਡੀ ਗੱਲ, ਵੀ ਗੁਰੂ? ਕਹਿੰਦੇ ਤੂੰ ਗੁਰੂ ਧਾਰਨ ਕੀਤਾ? ਕਹਿੰਦੇ ਨਹੀਂ। ਉਹ ਟੁੱਟ ਕੇ ਪੈ ਗਏ। ਤੂੰ ਤੇ ਨਗੋਰਾ ਹੈ, ਤੂੰ ਮੈਨੂੰ ਪਹਿਲੋਂ ਕਿਉਂ ਨਹੀਂ ਦੱਸਿਆ? ਮੈਂ ਤੇਰੇ ਹੱਥੋਂ ਪਾਣੀ ਨਹੀਂ ਸੀ ਪੀਣਾ, ਭੋਜਨ ਨਹੀਂ ਸੀ ਛਕਣਾ, ਮੈਂ ਤੇਰੇ ਕੋਲ ਨਹੀਂ ਸੀ ਬਹਿਣਾ। ਹੁਣ ਜਦੋਂ ਉਹਨੇ ਇਹ ਵੇਖਿਆ ਵੀ ਇਹਨੇ ਕੋਈ ਗੁਰੂ ਧਾਰਨ ਨਹੀਂ ਕੀਤਾ, ਤੇ ਚਲੋ ਇਹਨੂੰ ਥੋੜਾ ਜਿਹਾ ਭਰਮਾਉਂਦੇ ਆ। ਪਹਿਲਾਂ ਤਾਂ ਉਹਦੇ ਤੇ ਗੁੱਸਾ ਜ਼ਾਹਰ ਕੀਤਾ ਵੀ ਤੇਰੇ ਨਗੁਰੇ ਦੇ ਹੱਥ ਦਾ ਤਾਂ ਮੈਂ ਪਾਣੀ ਨਹੀਂ ਸੀ ਪੀਣਾ। ਕਮਾਲ ਹੈ, ਜਿਨ੍ਹਾਂ ਨੇ ਦਰਜਨਾਂ ਵਾਰ ਗੰਗਾ ਦੀ ਯਾਤਰਾ ਕੀਤੀ ਹੈ, ਕਈ ਧਾਰਮਿਕ ਪੁਰਖਾਂ ਦੀ ਸੋਭਤ ਕੀਤੀ ਹੈ, ਉਹਨੂੰ ਇੱਕ ਸੰਨਿਆਸੀ ਅਜੇ ਵੀ ਨਗੁਰਾ ਦੱਸਦਾ। ਇਹ ਤਾਂ ਹੈ ਉਹਨਾਂ ਦੇ ਜੀਵਨ 'ਚ ਖੌਰੇ ਕਿੰਨੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ, ਬੀਤੀਆਂ ਹੋਣਗੀਆਂ, ਪਰ ਮੋੜਾ ਪਿਆ। ਆਪਣੇ ਘਰ ਨੂੰਹ ਰਾਣੀ, ਆਪਣੀ ਧੀ ਬੀਬੀ ਅਮਰੋ ਜੀ ਦੇ ਮੁਖਾਰਬਿੰਦ ਤੋਂ ਸਤਿਗੁਰੂ ਦੀ ਬਾਣੀ ਦਾ ਪਾਠ ਸੁਣ ਕੇ ਕਪਾਟ ਤੇ ਉਦੋਂ ਖੁੱਲ ਗਏ। ਪਰ ਜਿਨ੍ਹਾਂ ਦੀ ਸੋਭਤ ਕੀਤੀ ਸੀ ਹੰਸ ਜਾਣ ਕੇ, ਉਹ ਸਾਰੇ ਦੇ ਸਾਰੇ ਹੀ ਬਗਲੇ ਸਾਬਤ ਹੋਏ, ਸਾਰੇ ਦੇ ਸਾਰੇ। ਤੇ ਜੇ ਇਸ ਗੱਲ ਦੀ ਖਬਰ ਪਹਿਲਾਂ ਹੁੰਦੀ, ਇਸ ਗੱਲ ਦਾ ਪਤਾ ਪਹਿਲਾਂ ਹੁੰਦਾ, ਤਾਂ ਜਨਮ ਨਾ ਭੇੜੀ ਆ, ਮੂਲੋਂ ਉਸ ਰਾਹ ਨਹੀਂ ਸੀ ਤੁਰਨਾ। ਤੋਂ ਅੱਗੇ ਅਗਲਾ ਸ਼ਲੋਕ ਜਿਹੜਾ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੈ। ਸ੍ਰੀ ਰਾਗ ਕੀ ਵਾਰ ਦੇ ਅੰਦਰ 91 ਨੰਬਰ ਅੰਕ ਦੇ ਉੱਤੇ ਦਰਜ ਹੈ। ਇੱਥੇ ਸਤਿਗੁਰੂ ਨੇ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਤੋਂ ਬਾਅਦ ਕੁੱਲ 5 ਸ਼ਲੋਕ ਅੰਕਿਤ ਕੀਤੇ ਨੇ। ਪਹਿਲਾ ਗੁਰੂ ਨਾਨਕ ਸਾਹਿਬ ਦਾ, ਦੂਸਰਾ ਗੁਰੂ ਰਾਮਦਾਸ ਸਾਹਿਬ ਦਾ, ਫਿਰ 2 ਗੁਰੂ ਅਮਰਦਾਸ ਮਹਾਰਾਜ ਦੇ, ਤੇ ਫਿਰ ਗੁਰੂ ਨਾਨਕ ਸਾਹਿਬ ਦਾ।
ਤੇ ਵਿਚਾਰ ਨੂੰ ਸਮੇਟ ਦਿੱਤਾ ਹੈ। ਉਹਦੀ ਵਿਆਖਿਆ ਐਕਸਪਲੇਨੇਸ਼ਨ ਮੁਕੰਮਲ ਕਰ ਦਿੱਤੀ ਹੈ। ਤੇ ਇੱਥੇ ਫਰਮਾਇਆ ਹੈ, ਕਿਆ ਹੰਸ ਕਿਆ ਬਗੁਲਾ ਜਾ ਕਉ ਨਦਰ ਧਰੇ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਫਰਮਾਉਂਦੇ ਹਨ ਵੀ ਇਹ ਠੀਕ ਹੈ ਵੀ ਪਖੰਡੀ ਬਗਲੇ ਦੀ ਸੋਭਤ ਵਿੱਚੋਂ ਪ੍ਰਾਪਤੀ ਕੋਈ ਨਹੀਂ ਹੁੰਦੀ, ਪਰ ਹਾਂ ਇਹਦਾ ਮਤਲਬ ਇਹ ਨਾ ਸਮਝਣਾ ਵੀ ਪਖੰਡੀ ਸਦਾ ਪਖੰਡੀ ਹੀ ਰਹਿ ਸਕਦਾ। ਜੇ ਉਹਦੀ ਨਜ਼ਰੇ ਨਾਇਤ ਦਾ ਮਾਲਕ ਬਣਨਾ ਚਾਹੇ, ਜੇ ਉਹਦੇ ਅੰਦਰ ਲਗਨ, ਇੱਛਾ, ਜਗਿਆਸਾ, ਭੁੱਖ ਜਾਗ ਪਵੇ, ਕਿਆ ਹੰਸ ਕਿਆ ਬਗਲਾ, ਉਹਦੇ ਦਰ ਤੇ ਹੰਸ ਹੁੰਦੇ ਹੀ ਨੇ, ਬਗਲੇ ਵੀ ਹੰਸ ਹੋ ਜਾਂਦੇ। ਜੇ ਉਹ ਆਪਣੀ ਸੁਰਤ ਦਾ ਮੋੜਾ ਉਹਦੇ ਵੱਲ ਕਰ ਲੈਣ, ਬੜੇ ਵੱਡੇ ਪਖੰਡੀਆਂ ਨੇ ਰਾਹ ਬਦਲੇ, ਬੜੇ ਦੁਰਾਚਾਰੀ ਧਰਮੀ ਹੋ ਗਏ, ਬੜੇ ਪਾਪੀ ਭਗਤ ਹੋ ਗਏ, ਬੜੇ ਮਨਮੁਖ ਜਿਹੜੇ ਸਨ ਉਹ ਗੁਰਮੁਖ ਹੋ ਗਏ, ਜਿਨ੍ਹਾਂ ਨੇ ਉਸ ਪਾਸੇ ਵੱਲ ਰੁਖ ਕੀਤਾ, ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਰਾਹ ਤੱਕਿਆ, ਜਿਨ੍ਹਾਂ ਦੇ ਅੰਦਰ ਭੁੱਖ ਤੇ ਜਗਿਆਸਾ ਪੈਦਾ ਹੋ ਗਈ, ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਸਵਰ ਗਏ। ਤੇ ਇੱਥੋਂ ਤੱਕ ਹੀ ਨਹੀਂ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਖਿਆ, ਜੇ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਤੁਸੀਂ ਬਗਲੇ ਦੀ ਤੇ ਗੱਲ ਹੀ ਛੱਡੋ, ਕਾਵਾਂ ਨੂੰ ਵੀ ਹੰਸ ਕਰ ਦਿੰਦਾ। ਇੱਥੇ ਕਾਂ ਤੋਂ ਭਾਵ ਹੈ ਕਊਆ ਬਿਰਤੀ, ਜਗ ਕਊਆ ਮੁਖ ਚੁੰਚ ਗਿਆਨ, ਅੰਤਰ ਲੋਭ ਝੂਠ ਅਭਿਮਾਨ, ਕਊਆ ਕਾਗ ਕਉ ਅੰਮ੍ਰਿਤ ਰਸ ਪਾਈਐ, ਤਿਪਤੈ ਵਿਸ਼ਟਾ ਖਾਏ ਮੁਖ ਗੋ ਹੈ। ਉਹਨੂੰ ਤੁਸੀਂ ਅੰਮ੍ਰਿਤ ਪਿਆਓ, ਅੰਮ੍ਰਿਤ ਰੱਖੋ, ਉਹ ਚੁੰਝ ਅੰਮ੍ਰਿਤ 'ਚ ਵੀ ਮਾਰ ਲਏ, ਪਰ ਤ੍ਰਿਪਤੀ ਉਹਨੂੰ ਗੰਦਗੀ 'ਚ ਮੂੰਹ ਮਾਰ ਕੇ ਹੀ ਹੋਏ। ਇਹਦਾ ਭਾਵ ਹੈ ਕਿ ਉਹਦੀ ਜ਼ਿੰਦਗੀ 'ਚ ਗਿਆਨ ਤੇ ਅਗਿਆਨ ਦਾ ਫਰਕ ਕੋਈ ਨਹੀਂ। ਉਹਨੇ ਸਾਰਾ ਕੁਝ ਇਕੱਠਾ ਕਰੀ ਜਾਣਾ ਆਪਣੇ ਜੀਵਨ 'ਚ, ਉਹਨੇ ਕੋਈ ਫਰਕ, ਕੋਈ ਨਖੇੜਾ ਨਹੀਂ ਕਰਨਾ। ਆਪਣੇ ਆਪ ਨੂੰ ਉਹਨੇ ਗਾਰਬੇਜ ਬੈਗ ਬਣਾਇਆ ਵੀ ਸੁੱਟ ਦਿਓ, ਜੋ ਸੁੱਟ ਸਕਦੇ ਹੋ ਮੇਰੇ 'ਚ ਸੁੱਟ ਦਿਓ। ਹਰ ਚੀਜ਼ ਅਡਾਪਟ ਕਰਦਾ। ਉਹਨੇ ਮਨਮਤ ਨਹੀਂ ਛੱਡਣੀ, ਸੁਣ ਗੁਰਮਤ ਵੀ ਲੈਣੀ ਹੈ, ਸੁਣ ਸਤਿਗੁਰੂ ਦੀ ਵੀ ਲੈਣੀ ਹੈ, ਪਰ ਛੱਡਣੀ ਮਨਮਤੀਆਂ ਦਾ ਜਿਹੜਾ ਖਹਿੜਾ ਉਹ ਵੀ ਨਹੀਂ ਛੱਡਣਾ। ਉਹ ਵੀ ਨਾਲ ਨਾਲ ਦੋਵੇਂ ਰਲਾਈ ਜਾਣ। ਜਿਵੇਂ ਕਾਂ ਉਧਰ ਵੀ ਚੁੰਝ ਮਾਰ ਲੈਂਦਾ, ਉਧਰ ਵੀ ਮਾਰ ਲੈਂਦਾ। ਬਿਰਤੀ ਇੱਥੇ ਸਤਿਗੁਰੂ ਜਦੋਂ ਕਾਂ ਦੀ ਗੱਲ ਕਰਦੇ ਨੇ, ਹੰਸ ਦੀ ਗੱਲ ਕਰਦੇ ਨੇ, ਬਗਲੇ ਦੀ ਗੱਲ ਕਰਦੇ ਨੇ, ਤੇ ਬਿਰਤੀ ਦੀ ਗੱਲ ਕਰਦੇ ਨੇ, ਮਨੁੱਖੀ ਬਿਰਤੀ ਦੀ। ਇਹ ਬਿਰਤੀਆਂ ਸਾਡੇ ਅੰਦਰ ਨੇ। ਤੋ ਸਤਿਗੁਰੂ ਆਖਦੇ ਐਸੀ ਬਿਰਤੀ ਵਾਲੇ ਨੂੰ ਵੀ ਉਹ ਵਾਹਿਗੁਰੂ ਹੰਸ ਕਰ ਦਿੰਦਾ ਹੈ, ਜੇ ਉਹਦੀ ਨਜ਼ਰੇ ਇਨਾਇਤ, ਉਹਦੀ ਬਖਸ਼ਿਸ਼ ਹੋ ਜਾਏ। ਜੇ ਕੋਈ ਆਪਣੇ ਅੰਦਰ ਜਗਿਆਸਾ, ਭੁੱਖ ਰੱਖ ਕੇ ਉਹਦੇ ਨਾਮ ਦੀ ਗੁਰੂ ਸ਼ਬਦ ਰਾਹੀਂ ਕਮਾਈ ਕਰੇ, ਸਤਿਗੁਰੂ ਬਖਸ਼ਿਸ਼ ਕਰਨ। ਅਗਲੇ ਸ਼ਲੋਕਾਂ ਦੀ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।